सवैया खोल के द्वारा किवाड़ सबे निकसी असुरारी की सैन चली। ਸਾਰਿਆਂ ਦਰਵਾਜ਼ਿਆਂ ਦੇ ਬੂਹੇ ਖੋਲ੍ਹ ਕੇ ਦੇਵਤਿਆਂ ਦੀ ਸੈਨਾ ਨਿਕਲ ਕੇ ਚੱਲ ਪਈ। ਰਨ ਮੈਂ ਤਬ ਆਨ ਇਕੱਤਰ ਪਏ ਲੱਖ ਸਤਰ ਕੀ ਪੱਤਰ ਜਿਉਂ ਸੈਨ ਹਲੀ। ਤਦ ਉਹ ਸਾਰੇ ਯੁੱਧ ਭੂਮੀ ਵਿੱਚ ਆ ਕੇ ਇਕੱਠੇ ਹੋ ਗਏ। ਉਹਨਾਂ ਨੂੰ ਆਇਆਂ ਵੇਖ ਕੇ ਵੈਰੀਆਂ ਦੈਂਤਾਂ ਦੀ ਸੈਨਾ ਪਿੱਪਲ ਦੇ ਪੱਤਰ ਵਾਂਗ ਡੁਲਾਇਮਾਨ ਹੋ ਗਈ। द्रुम दीरख ज्यों गज बाज हले रथ पायक ज्यों फल फूल कली। ਹਾਥੀ ਵੱਡੀਆਂ ਦਰਖਤਾਂ ਵਾਂਗ, ਘੋੜੇ ਫਲਾਂ ਵਾਂਗ, ਰਥ ਫੁੱਲਾਂ ਵਾਂਗ ਅਤੇ ਪੈਦਲ ਸਿਪਾਹੀ ਕਲੀਆਂ ਵਾਂਗ ਹਿੱਲਣ ਲੱਗ ਗਏ। ਦਲ ਸੁੰਭ ਕੋ ਮੇਘ ਬਿਡਾਰਨ ਕੋ ਨਿਕਸਿਓ ਮਗਵਾ ਮਾਨੋ ਪਉਣ ਬਲੀ। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸੁੰਭ ਦੇ ਸੈਨਾ ਰੂਪੀ ਬੱਦਲ ਨੂੰ ਖਿਡਾਉਣ ਲਈ ਇੰਦਰ ਰੂਪੀ ਤੇਜ਼ ਹਵਾ ਚੱਲੀ ਹੋਵੇ। ਇਹ ਕੋਪ ਪੁਰੰਦਰ ਦੇਵ ਚੜੇ ਉਤ ਜੁਧ ਕੋ ਸੁੰਭ ਚੜੇ ਰਨ ਮੈਂ। ਇੱਧਰੋਂ ਕ੍ਰੋਧਵਾਨ ਹੋ ਕੇ ਇੰਦਰ ਅਤੇ ਹੋਰ ਦੇਵਤੇ ਚੜੇ ਅਤੇ ਉੱਧਰੋਂ ਯੁੱਧ ਲਈ ਸੁੰਭ ਰਣ ਭੂਮੀ ਵਿੱਚ ਆ ਜੰਮਿਆ। ਕਰਬਾਨ ਕਮਾਨ ਕਿਰਪਾਨ ਗਦਾ ਪਹਿਰੇ ਤਨ ਤ੍ਰਾਨ ਤਬੇ ਤਨ ਮੈਂ। ਉਦੋਂ ਸਾਰਿਆਂ ਨੇ ਹੱਥ ਵਿੱਚ ਤੀਰ ਕਮਾਨ ਕਿਰਪਾਨ ਗਦਾ ਫੜੇ ਹੋਏ ਸਨ ਅਤੇ ਸਰੀਰ ਉੱਤੇ ਕਵਚ ਤਨ ਤ੍ਰਾਨ ਧਾਰਨ ਕੀਤੇ ਹੋਏ ਸਨ। ਤਬ ਮਾਰ ਮਚੀ ਦੁਹੂੰ ਉਰਨ ਤੇ ਨਾ ਰਹਿਓ ਭ੍ਰਮ ਸੂਰਨ ਕੇ ਮਨ ਮੈਂ। ਤਦ ਦੋਹਾਂ ਪਾਸਿਆਂ ਤੋਂ ਮਾਰੋ ਮਾਰ ਮਚ ਗਈ ਅਤੇ ਸੂਰਮਿਆਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਭਰਮ ਨਾ ਰਿਹਾ। ਬਹੁ ਜੰਬੁਕ ਗ੍ਰਿਜ ਚਲੇ ਸੁਣ ਕੇ ਅਤਮੋਦ ਬੜਿਓ ਸਿਵ ਕੇ ਗਨ ਮੈਂ। ਯੁੱਧ ਛਿੜਨ ਦੀ ਗੱਲ ਸੁਣ ਕੇ ਬਹੁਤ ਸਾਰੇ ਗਿੱਦੜ ਅਤੇ ਗਿਰਝਾਂ ਮਾਸ ਭੱਜਣ ਲਈ ਤੁਰ ਪਈਆਂ ਅਤੇ ਸ਼ੇਸ਼ ਗਣਾਂ ਦੇ ਮਨ ਵਿੱਚ ਵੀ ਪ੍ਰਸੰਨਤਾ ਦੀ ਲਹਿਰ ਦੌੜ ਗਈ। ਰਾਜ ਪੁਰੰਦਰ ਕੋਪ ਕੀਓ ਇਤ ਜੁਧ ਕੋ ਦੈਤ ਜੁਰੇ ਉਤ ਕੈਸੇ। ਇੱਧਰੋਂ ਰਾਜਾ ਇੰਦਰ ਨੇ ਕ੍ਰੋਧ ਕੀਤਾ ਅਤੇ ਉੱਧਰੋਂ ਯੁੱਧ ਲਈ ਦੈਂਤ ਕਿਵੇਂ ਜੁੜੇ। ਸਿਆਮ ਘਟਾ ਕੁਮਰੀ ਕਨਕੋਰ ਕੇ ਖੇਰ ਲਿਓ ਹਰ ਕੋ ਰਵ ਤੈਸੇ। ਜਿਵੇਂ ਕਨਕੋਰ ਕਾਲੀਆਂ ਘਟਾਵਾਂ ਨੇ ਕੁਮੇਰੀ ਪਾ ਕੇ ਇੰਦਰ ਰੂਪੀ ਸੂਰਜ ਦੇ ਰਥ ਨੂੰ ਘੇਰ ਲਿਆ ਹੋਵੇ। सक्र कमान के बाण लगे सर फोक लसे अर के उर ऐसे। ਇੰਦਰ ਦੇ ਧਨੁਸ਼ ਤੋਂ ਨਿਕਲੇ ਹੋਏ ਤੀਰਾਂ ਦੇ ਬਾਗੜੇ ਪਿਛਲੇ ਹਿੱਸੇ ਵੈਰੀਆਂ ਦੀਆਂ ਛਾਤੀਆਂ ਵਿੱਚ ਇੰਜ ਚਮਕ ਰਹੇ ਹਨ ਮਾਨੋ ਪਹਾੜ ਕਰਾਰ ਮੈਂ ਚੌਂਚ ਪਸਾਰ ਰਹੇ ਸਿਸ ਸਾਰਕ ਜੈਸੇ। ਮਾਨੋ ਪਹਾੜ ਦੀ ਦਰਾੜ ਵਿੱਚੋਂ ਮੈਨਾ ਸਾਰਕ ਦੇ ਬੱਚੇ ਜਿਵਾਂ ਚੁੰਝਾਂ ਪਸਾਰ ਰਹੇ ਹੋਣ। ਬਾਣ ਲਗੇ ਲਖ ਸੁੰਭ ਦਇਤ ਤਸੇ ਰਨ ਲੈ ਕਰਵਾਰਨ ਕੋ। ਸੁੰਭ ਨੇ ਤੀਰ ਲੱਗੇ ਵੇਖ ਕੇ ਦੈਂਤ ਤਲਵਾਰਾਂ ਖਿੱਚ ਕੇ ਯੁੱਧ ਭੂਮੀ ਵਿੱਚ ਤਸ ਗਏ। ਰੰਗ ਭੂਮੀ ਮੈਂ ਸਤ ਗਿਰਾਏ ਦਏ ਬਹੁ ਸਰਾਉਣ ਬਾਇਓ ਅਸੁਰਾਨ ਕੋ। ਰਣ ਭੂਮੀ ਵਿੱਚ ਵੈਰੀਆਂ ਨੂੰ ਡਿੱਗਾ ਦਿੱਤਾ ਅਤੇ ਦੇਵਤਿਆਂ ਦਾ ਬਹੁਤ ਖੂਨ ਵਗਿਆ। ਪ੍ਰਗਟੇ ਗਨ ਜੰਬੁਕ ਗ੍ਰਿਜ ਪਿਸਾਜ ਸੂ ਯੋਂ ਰਨ ਪਾਂਤ ਪੁਕਾਰਨ ਕੋ। ਯੁੱਧ ਖੇਤਰ ਵਿੱਚ ਗਣ ਗਿੱਦੜ ਗਿਰਝਾਂ ਤੇ ਪਿਸਾਚ ਸ਼ੋਰ ਪਾਉਣ ਲਈ ਇਸ ਤਰ੍ਹਾਂ ਪ੍ਰਗਟ ਹੋ ਗਏ। ਸੋ ਮਨੋ ਪਟ ਸਾਰਸੁਤੀ ਤਟ ਨਾਤ ਹੈ ਪੂਰਬ ਪਾਪ ਉਤਾਰਨ ਕੋ। ਮਾਨੋ ਸੂਰਮੇ ਪਿਛਲੀਆਂ ਜਨਮਾਂ ਦੇ ਪਾਪਾਂ ਨੂੰ ਉਤਾਰਨ ਲਈ ਸਰਸਵਤੀ ਨਦੀ ਦੇ ਕੰਢੇ ਉੱਤੇ ਇਸ਼ਨਾਨ ਕਰ ਰਹੇ ਹੋਣ। ਜੁਧ ਨਿਸੁੰਭ ਭਿਆਨ ਰਚਿਓ ਅਸ ਆਗੇ ਨਾ ਦਾਨਵ ਕਾਹੂ ਕਰਿਓ ਹੈ। ਸੁੰਭ ਅਤੇ ਨਿਸੁੰਭ
ਭਰਾਵਾਂ ਨੇ ਅਜਿਹਾ ਭਿਆਨਕ ਯੁੱਧ ਸ਼ੁਰੂ ਕੀਤਾ ਕਿ ਇਸ ਤਰ੍ਹਾਂ ਦਾ ਪਹਿਲਾਂ ਕਿਸੇ ਦੈਂਤ ਨੇ ਨਹੀਂ ਕੀਤਾ ਸੀ। ਲੋਥਨ ਉੱਪਰ ਲੋਥ ਪਰੀ ਤਹਿ ਗੀਦ ਸਿੰਗਰਾਲਨ ਮਾਸ ਚਰਿਓ ਹੈ। ਲੋਥਾਂ ਉੱਤੇ ਲੋਥਾਂ ਚੜ੍ਹ ਗਈਆਂ ਸਨ ਅਤੇ ਉੱਥੇ ਉਹਨਾਂ ਦਾ ਮਾਸ ਗਿਰਜਾ ਅਤੇ ਗਿੱਦੜ ਖਾ ਰਹੇ ਸਨ। ਗੂਦ ਬਹੇ ਸਿਰ ਕੇਸ ਤੇ ਸਿਤ ਪੁੰਜ ਪ੍ਰਵਾਹ ਤਰਾਨ ਭਰਿਓ ਹੈ। ਕਈਆਂ ਦੇ ਸਿਰਾਂ ਦੇ ਵਾਲਾਂ ਵਿੱਚੋਂ ਸਫੈਦ ਮਿੱਝ ਵਗ ਕੇ ਧਰਤੀ ਉੱਤੇ ਪੈ ਰਿਹਾ ਸੀ। The white current of fat coming out of the heads is falling on the ground in this way. मानो जटाधार की जट ते जन रोस के गंग को नीर डरियो है। मानो शिव जटाधार ਦੀਆਂ ਜਟਾਵਾਂ ਤੋਂ ਗੁੱਸੇ ਨਾਲ ਗੰਗਾ ਜਲ ਡਿੱਗ ਰਿਹਾ ਹੋਵੇ। ਬਾਰ ਸਿਵਾਰ ਭਏ ਤੇ ਠੌਰ ਸੋ ਫੇਨ ਜਿਉਂ ਛਤਰ ਫਿਰੇ ਤਰਤਾ। ਉਸ ਥਾਂ ਸੂਰਮਿਆਂ ਦੇ ਵਾਲ ਕਈ ਸਵਾਰ ਵਾਗ ਅਤੇ ਸੂਰਮਿਆਂ ਦੇ ਛਤਰ ਛਗ ਵਾਗ ਤਰਦੇ ਫਿਰਦੇ ਸਨ। Meaning, the hair of the heads are floating on water like scum and the canopies of the kings like froth. कर अंगुलका सफरी तलफे ਪੁੱਜ ਕਾਟ ਭੁਜੰਗ ਕਰੇ ਕਰਤਾ। ਹੱਥਾਂ ਦੀਆਂ ਉਂਗਲਾਂ ਮੱਛੀਆਂ ਦੇ ਰੂਪ ਵਿੱਚ ਤੜਪਦੀਆਂ ਹਨ ਅਤੇ ਕੱਟੀਆਂ ਹੋਈਆਂ ਬਾਹਾਂ ਨੂੰ ਕਰਤਾ ਨੇ ਸੱਪਾਂ ਦਾ ਰੂਪ ਦਿੱਤਾ ਹੈ। ਹਏ ਨਕਰ ਤੁਜਾ ਦ੍ਰੁਮ ਸ੍ਰਵਣਤ ਨੀਰ ਮੈਂ ਚੱਕਰ ਜਿਉਂ ਚੱਕਰ ਫਿਰੇ ਕਰਤਾ। ਉਸ ਲਹੂ ਦੀ ਨਦੀ ਵਿੱਚ ਮਰੇ ਹੋਏ ਘੋੜੇ ਮਗਰ ਮੱਛਾਂ ਵਾਂਗ ਹਨ। ਇੰਜੇ ਬ੍ਰਿਛਾਂ ਵਰਗੇ ਹਨ। ਰਥ ਦੇ ਪਹੀਆਂ ਦੇ ਚੱਕਰ ਪਾਣੀ ਵਿੱਚ ਪੈਣ ਵਾਲੇ ਘੁੰਬਰ ਘੇਰ ਹਨ। ਤਬ ਸੁੰਭ ਨਿਸੁੰਭ ਦੁਹ ਮਿਲ ਦਾਨਵ ਮਾਰ ਕਰੀ ਰਨ ਮੈਂ ਸਰਤਾ। ਤਦ ਸੁੰਭ ਅਤੇ ਨਿਸੁੰਭ ਦੋਹਾਂ ਦੈਂਤਾਂ ਨੇ ਮਿਲ ਕੇ ਇਤਨੀ ਘੋਰ ਮਾਰ ਮਚਾਈ ਮਾਨੋ ਯੁੱਧ ਭੂਮੀ ਖੂਨ ਦੀ ਨਦੀ ਬਣਾ ਦਿੱਤੀ ਹੋਵੇ।